ਸਤਿ ਸ਼੍ਰੀ ਅਕਾਲ ਦੋਸਤੋ। ਜਿਸ ਤਰ੍ਹਾਂ ਕਿ ਆਪਾਂ ਪੰਜਾਬੀ ਦੇ ਵਿੱਚ ਸਾਇੰਸ ਜੋ ਕਰ ਰਹੇ ਹਾਂ, ਉਸ ਦਾ ਜੋ ਟੋਪਿਕ ਜੋ ਵਿਸ਼ਾ ਛੇੜਿਆ ਹੋਇਆ ਆਪਾਂ ਉਹ ਸਾਊਂਡ ਧੁਨੀ ਕੀ ਹੁੰਦੀ ਹੈ, ਉਸ ਦਾ ਅੱਜ ਆਪਾਂ ਸੈਕੰਡ ਪਾਰਟ ਕਰਾਂਗੇ। ਫਸਟ ਪਾਰਟ ਇਸ ਦਾ ਹੋ ਚੁੱਕਿਆ ਹੈ। ਜਿਸ ਨੇ ਵੀ ਨਹੀਂ ਦੇਖਿਆ ਉਹ ਪਲੇਲਿਸਟ ਦੇ ਵਿੱਚ ਜਾ ਕੇ ਦੇਖ ਸਕਦਾ ਹੈ। ਅਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ ਕਿ ਆਪਣਾ ਕਾਪੀ ਪੈਨ ਤੁਸੀਂ ਨਾਲ ਰੱਖ ਸਕਦੇ ਹੋ। ਜੇਕਰ ਤੁਸੀਂ ਵੀਡੀਓ ਨੂੰ ਚੰਗੀ ਤਰ੍ਹਾਂ ਸਮਝਣਾ ਤਾਂ ਪੁਆਇੰਟ ਤੋਂ ਪੁਆਇੰਟ ਗੱਲਾਂ ਨੋਟ ਕਰਦੇ ਜਾਣੀਆਂ। ਚਲੋ ਸ਼ੁਰੂ ਕਰਦੇ ਹਾਂ ਜੀ। ਸਾਊਂਡ ਜਿਸ ਤਰ੍ਹਾਂ ਕਿ ਪਹਿਲੀ ਵੀਡੀਓ ਦੇ ਵਿੱਚ ਆਪਾਂ ਕਰ ਚੁੱਕੇ ਸੀ ਕਿ ਸਾਊਂਡ ਕੀ ਹੁੰਦਾ ਹੈ, ਸਾਊਂਡ ਦੇ ਵਿੱਚ ਕਿੰਨੇ ਪ੍ਰਕਾਰ ਦੀ ਵੇਵ ਲੈਂਥ ਹੁੰਦੀਆਂ ਹਨ, ਠੀਕ ਹੈ। ਅਤੇ ਸਾਊਂਡ ਦੇ ਕੀ ਗੁਣ ਸੀਗੇ, ਆਵਰਤੀ, ਆਯਾਮ ਅਤੇ ਸਪੀਡ, ਚਾਲ ਹੁੰਦੀ, ਠੀਕ ਹੈ। ਉਸ ਦੇ ਵਿੱਚ ਆਵਰਤੀ ਕਰ ਚੁੱਕੇ ਸੀ ਆਪਾਂ, ਠੀਕ ਹੈ। ਉਸ ਤੋਂ ਬਾਅਦ ਜੋ ਅੱਜ ਦਾ ਜੋ ਅੱਗੇ ਹੈ, ਆਵਰਤੀ ਦੇ ਆਧਾਰ 'ਤੇ ਤਰੰਗਾਂ ਕਿਹੜੀਆਂ ਪ੍ਰਕਾਰ ਦੀਆਂ ਹੁੰਦੀਆਂ ਹਨ, ਠੀਕ ਹੈ। ਫ੍ਰੀਕੁਐਂਸੀ ਦੇ ਅਕੋਰਡਿੰਗ ਟੂ ਫ੍ਰੀਕੁਐਂਸੀ ਟਾਈਪਸ ਆਫ ਵੇਵ ਲੈਂਥ, ਓਕੇ। ਤਰੰਗ ਨੂੰ ਆਪਾਂ ਕੀ ਕਰ ਸਕਦੇ ਹਾਂ, ਸੁਣ ਸਕਦੇ ਹਾਂ। ਮਤਲਬ ਜਿਸ ਆਵਾਜ਼ ਨੂੰ ਜਾਂ ਸਾਊਂਡ ਨੂੰ ਆਪਾਂ ਸੁਣ ਸਕਦੇ ਉਹ ਕੀ ਸੀਗਾ, 20 ਹਰਟਜ਼ ਤੋਂ ਲੈ ਕੇ 20,000 ਹਰਟਜ਼ ਤੱਕ ਹੁੰਦੀਆਂ ਹਨ। ਸੈਕਿੰਡ ਨੀਮ ਧੁਨੀ ਕਿਹੜੀ ਹੈ, ਇਨਫਰਾਸੋਨਿਕ ਸਾਊਂਡਸ ਹੁੰਦੇ ਜਿਹੜੇ 0 ਤੋਂ ਲੈ ਕੇ 20 ਹਰਟਜ਼ ਤੱਕ ਹੁੰਦੀਆਂ ਹਨ, ਠੀਕ ਹੈ। ਉਸ ਤੋਂ ਬਾਅਦ ਜੋ ਸਰਵਣ ਧੁਨੀ ਜਾਂ ਧੁਨੀ ਅਲਟਰਾਸੋਨਿਕ ਸਾਊਂਡ 20,000 ਹਰਟਜ਼ ਤੋਂ ਵੱਧ, ਠੀਕ ਹੈ। ਜੋ ਇੱਕ ਮਨੁੱਖ ਹੁੰਦਾ ਉਹ ਕੀ ਕਰ ਸਕਦਾ, 20 ਤੋਂ 20,000 ਹਰਟਜ਼ ਤੱਕ ਦੀਆਂ ਜਿਹੜੀਆਂ ਧੁਨੀਆਂ ਨੂੰ ਸੁਣ ਸਕਦਾ ਹੈ, ਪਰੰਤੂ ਉਹ ਨਾ ਹੀ 0 ਤੋਂ 20 ਤੱਕ ਦੀਆਂ ਅਤੇ ਨਾ ਹੀ 20,000 ਤੋਂ ਉੱਪਰ ਤੱਕ ਦੀਆਂ ਧੁਨੀਆਂ ਨੂੰ ਉਹ ਸੁਣ ਸਕਦਾ, ਠੀਕ ਹੈ। ਇਸ ਤੋਂ ਬਾਅਦ ਜੋ ਕੁਛ ਪੁਆਇੰਟਸ ਨੇ ਇਹਦੇ ਜਿਹੜੇ ਨੋਟ ਕਰਨਾ ਨੇ, ਜਿਵੇਂ ਜਿਸ ਤਰ੍ਹਾਂ ਗੈਂਡੇ ਰੈਨੋਸੀਡਸ ਕਹਿੰਦੇ, ਜਿਨ੍ਹਾਂ ਨੂੰ 5 ਹਰਟਜ਼ ਵਾਲੀ ਨੀਮ ਧੁਨੀ ਤੱਕ ਦੀ ਵਰਤੋਂ ਕਰਦੇ। ਨੀਮ ਧੁਨੀ ਜਿਹੜੀ ਇਨਫਰਾਸੋਨਿਕ ਵੇਵ ਜਿਹੜੀ 0 ਤੋਂ 20 ਹਰਟਜ਼ ਤੱਕ, ਉਸ ਦੀ ਜੋ ਵਰਤੋਂ ਗੈਂਡੇ ਕਰਦੇ ਹਨ, ਠੀਕ ਹੈ। ਵੇਲ ਅਤੇ ਹਾਥੀ ਨੀਮ ਧੁਨੀ ਦੀ ਵਰਤੋਂ ਕਰਦੇ ਹਨ। ਵੇਲ ਮੱਛੀ ਹੁੰਦੀ ਹੈ ਜਿਹੜੀ, ਅਤੇ ਹਾਥੀ ਹੁੰਦਾ, ਉਹ ਵੀ ਕੀ ਕਰਦੇ ਨੇ, ਇਨਫਰਾਸੋਨਿਕ ਵੇਵ ਦਾ ਵਰਤੋਂ ਕਰਦੇ ਹਨ। ਚਮਗਾਦੜ, ਠੀਕ ਹੈ, ਜਾਂ ਚਮਚਿੜਕ ਕਹਿੰਦੇ, ਜਿਹਨੂੰ ਕੁੱਤੇ, ਡਾਲਫਿਨ, ਪੋਰਪੋਇਜ਼ ਪ੍ਰਸਰਵਣ ਧੁਨੀ ਮਤਲਬ ਅਲਟਰਾਸੋਨਿਕ ਸਾਊਂਡ ਧੁਨੀ ਦਾ ਪ੍ਰਯੋਗ ਕਰਦੇ ਹਨ, ਠੀਕ ਹੈ। ਪ੍ਰਸਰਵਣ ਧੁਨੀ ਜਿਸ ਤਰ੍ਹਾਂ ਚਮਗਾਦੜ, ਡਾਲਫਿਨ, ਪੋਰਪੋਇਜ਼ ਇਹ ਵੀ ਕੀ ਕਰਦੇ ਹਨ, ਅਲਟਰਾਸੋਨਿਕ ਧੁਨੀ ਦੀ ਵਰਤੋਂ ਕਰਦੇ ਹਨ। ਉਸ ਤੋਂ ਬਾਅਦ ਹੈ ਤਾਪਮਾਨ ਦਾ ਦਬਾਅ ਬਦਲਣ 'ਤੇ ਹੁੰਦਾ ਹੈ। ਮਤਲਬ ਤਾਪਮਾਨ ਜਾਂ ਦਬਾਅ ਬਦਲਣ 'ਤੇ ਕੀ ਹੁੰਦਾ ਹੈ। ਜਿਸ ਤਰ੍ਹਾਂ ਕਿਸੇ ਮਾਧਿਅਮ ਵਿੱਚ ਧੁਨੀ ਦੀ ਚਾਲ ਮਾਧਿਅਮ ਅਤੇ ਤਾਪਮਾਨ 'ਤੇ ਨਿਰਭਰ ਕਰਦੀ ਹੈ, ਠੀਕ ਹੈ। ਕਿਸੇ ਵੀ ਮਾਧਿਅਮ ਹੋਵੇ, ਕੋਈ ਵੀ ਠੋਸ, ਦ੍ਰਵ, ਗੈਸ ਹੋਵੇ, ਉਸਦੇ ਵਿੱਚ ਜੋ ਸਾਊਂਡ ਹੁੰਦਾ ਉਸਦੀ ਜੋ ਚਾਲ ਹੈ ਉਹ ਉਸਦਾ ਤਾਪਮਾਨ, ਠੀਕ ਹੈ, ਉਸਦੇ ਟੈਂਪਰੇਚਰ ਉੱਤੇ ਜਾਂ ਉਸਦੇ ਮੀਡੀਅਮ ਉੱਤੇ ਨਿਰਭਰ ਕਰਦੀ ਹੈ। ਠੋਸ ਤੋਂ ਗੈਸ ਅਵਸਥਾ ਦੇ ਵੱਲ ਜਾਂਦੇ ਹਾਂ ਤਾਂ ਧੁਨੀ ਦੀ ਚਾਲ ਘੱਟ ਹੁੰਦੀ ਹੈ, ਠੀਕ ਹੈ। ਜਦੋਂ ਆਪਾਂ ਠੋਸ ਤੋਂ ਗੈਸ ਅਵਸਥਾ ਦੇ ਵਿੱਚ ਜਾਂਦੇ ਹਾਂ ਤਾਂ ਜੋ ਸਾਊਂਡ ਆ ਉਸਦੀ ਜੋ ਚਾਲ ਬਹੁਤ ਘੱਟ ਹੁੰਦੀ ਹੈ। ਸੈਕਿੰਡ, ਜਦੋਂ ਅਸੀਂ ਤਾਪਮਾਨ ਵਧਾਉਂਦੇ ਹਾਂ ਤਾਂ ਧੁਨੀ ਦੀ ਚਾਲ ਵੱਧ ਜਾਂਦੀ ਹੈ। ਜਦੋਂ ਵੀ ਕਿਸੇ ਵੀ ਪਦਾਰਥ ਦਾ ਟੈਂਪਰੇਚਰ ਵਧਾਇਆ ਜਾਂਦਾ ਤਾਂ ਉਸਦੀ ਜੋ ਧੁਨੀ ਹੈ, ਜੋ ਚਾਲ ਉਹ ਕੀ ਹੁੰਦੀ, ਵੱਧ ਹੋ ਜਾਂਦੀ ਹੈ, ਠੀਕ ਹੈ। ਜਦੋਂ ਅਸੀਂ ਕਿਸੇ ਸਮਾਨ ਤਾਪਮਾਨ 'ਤੇ ਦਬਾਅ ਵੱਧ ਕਰਦੇ ਹਾਂ ਤਾਂ ਧੁਨੀ ਤਰੰਗ 'ਤੇ ਕੋਈ ਪ੍ਰਭਾਵ, ਜਦੋਂ ਟੈਂਪਰੇਚਰ 'ਤੇ ਉਸਦਾ ਜੋ ਫੋਰਸ ਹੁੰਦਾ ਹੈ, ਦਬਾਅ ਹੁੰਦਾ, ਠੀਕ ਹੈ, ਉਹ ਕੀ ਸੇਮ ਹੁੰਦੇ ਹਨ ਤਾਂ ਧੁਨੀ ਦੇ ਉੱਤੇ ਜਾਂ ਸਾਊਂਡ ਦੇ ਉੱਤੇ ਕੋਈ ਵੀ ਪ੍ਰਭਾਵ ਨਹੀਂ ਪੈਂਦਾ। ਇਸ ਤੋਂ ਬਾਅਦ ਮਾਧਿਅਮ ਬਦਲਣ 'ਤੇ ਕੀ ਹੁੰਦਾ, ਮਾਧਿਅਮ ਜਿਸ ਤਰ੍ਹਾਂ ਆਪਾਂ ਮਾਧਿਅਮ ਚੇਂਜ ਕਰਦੇ, ਜਿਸ ਤਰ੍ਹਾਂ ਠੋਸ ਤੋਂ ਗੈਸ ਜਾਂ ਦ੍ਰਵ, ਇਸ ਤਰ੍ਹਾਂ, ਠੀਕ ਹੈ। ਤਾਂ ਤਰੰਗ ਲੰਬਾਈ ਵਿੱਚ ਬਦਲ ਜਾਂਦੀ ਹੈ, ਠੀਕ ਹੈ। ਤਰੰਗ ਲੰਬਾਈ ਵਿੱਚ ਬਦਲ ਜਾਂਦੀ ਹੈ, ਆਵਰਤੀ ਬਦਲ ਜਾਂਦੀ ਹੈ, ਠੀਕ ਹੈ। ਅਤੇ ਜਿਸ ਤਰ੍ਹਾਂ ਇੱਕ ਵੇਵ ਲੈਂਥ ਹੈ, ਠੀਕ ਹੈ, ਕੁਝ ਵੇਵ ਲੈਂਥ ਆ ਰਹੀ ਹੈ ਤਾਂ ਇਸਦਾ ਜਿਸ ਤਰ੍ਹਾਂ ਆਪਾਂ ਮਾਧਿਅਮ ਚੇਂਜ ਕੀਤਾ, ਵੇਵ ਲੈਂਥ ਸੋਲਿਡ ਤੋਂ ਲਿਕੁਇਡ ਜਿਸ ਤਰ੍ਹਾਂ ਆਪਾਂ ਚੇਂਜ ਕਰਦੇ ਤਾਂ ਕੀ ਹੁੰਦਾ ਕਿ ਇਸਦੀ ਆਵਰਤੀ ਬਦਲ ਜਾਵੇਗੀ, ਠੀਕ ਹੈ, ਅਤੇ ਉਸਦੀ ਜਿਹੜੀ ਤਰੰਗ ਲੰਬਾਈ ਦੇ ਵਿੱਚ ਵੀ ਚੇਂਜ ਆ ਜਾਂਦਾ ਵੇਵ ਲੈਂਥ ਦੇ ਵਿੱਚ, ਓਕੇ। ਤਾਂ ਉਸ ਤੋਂ ਬਾਅਦ ਹੈ ਤੀਬਰਤਾ, ਇੰਟੈਂਸਿਟੀ ਕੀ ਹੁੰਦੀ ਹੈ। ਇਕਾਈ ਖੇਤਰ ਵਿੱਚੋਂ 1 ਸੈਕਿੰਡ ਵਿੱਚ ਗੁਜ਼ਰਨ ਵਾਲੀ ਧੁਨੀ ਨੂੰ ਊਰਜਾ ਨੂੰ ਧੁਨੀ ਦੀ ਤੀਬਰਤਾ ਜਾਂ ਇੰਟੈਂਸਿਟੀ ਆਫ ਸਾਊਂਡ ਕਿਹਾ ਜਾਂਦਾ ਹੈ। ਇਕਾਈ ਖੇਤਰ ਵਿੱਚੋਂ
ਦੀ 1 ਸੈਕਿੰਡ ਵਿੱਚ ਗੁਜ਼ਰਨ ਵਾਲੀ ਧੁਨੀ, ਠੀਕ ਹੈ, ਉਹ ਕੀ ਕਹਿੰਦੇ ਨੇ, ਇੰਟੈਂਸਿਟੀ ਆਫ ਸਾਊਂਡ ਕਿਹਾ ਜਾਂਦਾ। ਧੁਨੀ ਦੀ ਤੀਬਰਤਾ ਦਾ ਮਾਤਰਕ ਡੈਸੀਬਲ ਹੈ, ਮਤਲਬ ਧੁਨੀ ਜੋ ਇੰਟੈਂਸਿਟੀ ਆ ਉਹ ਡੈਸੀਬਲ ਦੇ ਵਿੱਚ ਮਾਪੀ ਹੈ। ਜਿਸ ਤਰ੍ਹਾਂ ਉਹ 3 ਪ੍ਰਕਾਰ ਦੀਆਂ ਤਰੰਗਾਂ ਸੀਗੀਆਂ, ਠੀਕ ਹੈ, ਸੁਣਨਯੋਗ, ਨੀਮ ਧੁਨੀ ਅਤੇ ਅਲਟਰਾਸੋਨਿਕ ਵੇਵਸ, ਠੀਕ ਹੈ, ਅਲਟਰਾਸੋਨਿਕ, ਠੀਕ ਹੈ, ਉਹਨਾਂ ਨੂੰ ਕੀ ਕਰਿਆ ਜਾਂਦਾ, ਡੈਸੀਬਲ ਦੇ ਵਿੱਚ ਮਾਤਰਕ ਉਹਨਾਂ ਦਾ, ਠੀਕ ਹੈ। ਉਸ ਤੋਂ ਬਾਅਦ ਇਕੱਲੀ ਆਵਰਤੀ ਵਾਲੀ ਧੁਨੀ ਨੂੰ ਟੋਨ ਕਹਿੰਦੇ ਹਨ, ਠੀਕ ਹੈ, ਜਿਸ ਦੀ ਇਕੱਲੀ ਆਵਰਤੀ ਹੋਵੇ, ਇੱਕ ਹੀ ਆਵਰਤੀ ਹੋਵੇ, ਫ੍ਰੀਕੁਐਂਸੀ ਹੋਵੇ, ਠੀਕ ਹੈ, ਸੇਮ ਹੋਵੇ, ਤਾਂ ਉਸਨੂੰ ਕੀ ਕਹਿੰਦਾ, ਟੋਨ ਕਿਹਾ ਜਾਂਦਾ ਹੈ। ਬਹੁਤੀਆਂ ਆਵਰਤੀਆਂ ਵਾਲੀ ਧੁਨੀ ਨੂੰ ਕੀ ਕਿਹਾ ਜਾਂਦਾ, ਸੁਰ, ਠੀਕ ਹੈ, ਸੁਰ ਜਾਂ ਨੋਟ ਕਹਿੰਦੇ ਹਨ। ਇਸ ਤੋਂ ਗੂੰਜ ਇੱਕੋ ਕੀ ਹੁੰਦੀ ਹੈ, ਜਿਸ ਤਰ੍ਹਾਂ ਆਪਾਂ ਕਈ ਵਾਰ ਬੋਲਦੇ ਹਾਂ ਤਾਂ ਆਪਣੀ ਜੋ ਆਵਾਜ਼ ਹੈ ਕਿ ਉਹ ਵਾਪਸ ਆਉਂਦੀ ਹੈ ਕਿਸੇ, ਜਿਸ ਤਰ੍ਹਾਂ ਪਹਾੜਾਂ ਦੇ ਸੁਣਾਈ ਦਿੰਦੀ ਹੈ, ਉਹ ਕੀ ਹੁੰਦੀ ਹੈ, ਇੱਕੋ। ਥੋੜ੍ਹੇ ਸਮੇਂ ਬਾਅਦ ਸੁਣਾਈ ਦੇਣ ਵਾਲੀ ਧੁਨੀ ਨੂੰ ਕੀ ਕਹਿੰਦੇ ਨੇ, ਗੂੰਜ, ਠੀਕ ਹੈ। ਗੂੰਜ ਕਹਾਉਂਦੀ ਆ ਉਹ। ਸਾਡੇ ਦਿਮਾਗ ਵਿੱਚ ਧੁਨੀ ਦਾ ਪ੍ਰਭਾਵ ਲਗਭਗ 0.1 ਸੈਕਿੰਡ ਤੱਕ ਬਣਿਆ ਰਹਿੰਦਾ ਹੈ, ਠੀਕ ਹੈ। ਜਦੋਂ ਵੀ ਕੋਈ ਆਵਾਜ਼ ਆਉਂਦੀ ਹੈ ਵਾਪਸ, ਉਹ ਕੀ 0.1 ਸੈਕਿੰਡ ਤੱਕ ਜਿਹੜਾ ਉਸਦਾ ਜੋ ਪ੍ਰਭਾਵ ਆਪਣੇ ਦਿਮਾਗ ਦੇ ਵਿੱਚ ਬਣਿਆ ਰਹਿੰਦਾ ਹੈ। ਸਪਸ਼ਟ ਗੂੰਜ ਸੁਣਨ ਲਈ ਮੂਲ ਧੁਨੀ ਅਤੇ ਪਰਾਵਰਤ ਧੁਨੀ ਵਿਚਕਾਰ 0.1 ਸੈਕਿੰਡ ਦਾ ਸਮਾਂ ਅੰਤਰ ਹੋਣਾ ਚਾਹੀਦਾ, ਠੀਕ ਹੈ। ਸਪਸ਼ਟ ਗੂੰਜ, ਜਿਸ ਤਰ੍ਹਾਂ ਇਹ ਕੀ ਹੈ, ਜਿਸ ਤਰ੍ਹਾਂ ਕੋਈ ਇਹ ਬੋਲ ਰਿਹਾ ਤਾਂ ਇਹ ਕੀ ਹੈ, ਇੱਥੋਂ ਜੋ ਗੂੰਜ ਧੁਨੀ ਹੈ, ਠੀਕ ਹੈ, ਇਸ ਤੋਂ ਜੋ ਪਰਿਵਰਤਿਤ ਹੋ ਕੇ ਰਿਫਲੈਕਸ਼ਨ ਹੋ ਕੇ ਜਿਹੜੀ ਧੁਨੀ ਆਊਗੀ, ਠੀਕ ਹੈ, ਉਸਦਾ ਜੋ ਟਾਈਮ ਹੈ ਉਹ ਕੀ ਹੈ, 0.1 ਸੈਕਿੰਡ ਦੇ ਵਿੱਚ ਜਿਹੜਾ ਉਸਦਾ ਅੰਤਰ ਹੋਣਾ ਚਾਹੀਦਾ, ਤਾਂ ਉਸੇ ਨਾਲ ਜਿਹੜੀ ਆਪਾਂ ਨੂੰ ਗੂੰਜ ਹੈ ਜੋ ਇੱਕੋ ਹੈ ਉਹ ਚੰਗੀ ਤਰ੍ਹਾਂ ਸੁਣਾਈ ਦਿੰਦੀ ਹੈ। ਉਸ ਤੋਂ ਬਾਅਦ ਕੀ ਹੈ, ਬੱਦਲਾਂ ਦੀ ਗਰਜ ਦੀ ਧੁਨੀ ਬੱਦਲਾਂ ਅਤੇ ਜ਼ਮੀਨ ਤੋਂ ਵਾਰ-ਵਾਰ ਪਰਿਵਰਤਨ ਕਾਰਨ ਹੁੰਦੀ ਹੈ। ਜਦੋਂ ਕਿ ਬੱਦਲਾਂ ਦੀ ਗਰਜ ਹੁੰਦੀ ਹੈ, ਠੀਕ ਹੈ, ਬਿਜਲੀ ਚਮਕਦੀ ਹੈ ਜਾਂ, ਠੀਕ ਹੈ, ਉਹ ਕਿਹਦੇ ਕਾਰਨ, ਬੱਦਲਾਂ ਅਤੇ ਜ਼ਮੀਨ ਤੋਂ ਵਾਰ-ਵਾਰ ਕੀ ਹੁੰਦਾ ਹੈ, ਜਦੋਂ ਪਰਿਵਰਤਨ ਹੋਈ ਜਾਂਦਾ, ਠੀਕ ਹੈ, ਉਹ ਇਸੇ ਕਾਰਨ ਹੁੰਦਾ, ਠੀਕ ਹੈ। ਉਸ ਤੋਂ ਬਾਅਦ ਹੈ ਜੋ ਆਪਣਾ ਪ੍ਰਸਰਵਣ ਧੁਨੀ ਜਾਂ ਪਰਾਧੁਨੀ ਦਾ ਪ੍ਰਯੋਗ, ਠੀਕ ਹੈ। ਜਦੋਂ ਕਹਿੰਦੇ ਕਿ ਅਲਟਰਾਸੋਨਿਕ ਸਾਊਂਡ ਦਾ ਕੀ ਉਪਯੋਗ ਕੀਤਾ ਜਾਂਦਾ ਹੈ, ਦਿਲ ਦਾ ਪ੍ਰਤੀਬਿੰਬ ਬਣਾਉਣ ਲਈ, ਠੀਕ ਹੈ, ਜਿਸ ਨੂੰ ਇਕੋਕਾਰਡੀਓਗ੍ਰਾਫੀ ਕਹਿੰਦੇ ਨੇ। ਜਦੋਂ ਕਿ ਕੋਈ ਦਿਲ ਦਾ ਮਰੀਜ਼ ਹੁੰਦਾ ਤਾਂ ਉਸਦਾ ਜੋ ਦਿਲ ਦੀ ਚੈੱਕਅਪ ਕਰਨ ਖਾਤਰ ECG ਕੀਤੀ ਜਾਂਦੀ ਹੈ, ਠੀਕ ਹੈ, ਉਹ ਕੀ ਹੁੰਦੀ ਹੈ, ਕਾਰਡੀਓਗ੍ਰਾਫੀ, ਜਿਹੜੇ ਕਿ ਅਲਟਰਾਸੋਨਿਕ ਵੇਵਸ ਦੀਆਂ ਉਹਨਾਂ ਨੂੰ ਗੁਜ਼ਾਰਦੇ ਨੇ, ਤਾਂ ਕਿ ਉਸਦਾ ਜੋ ਚੰਗੀ ਤਰ੍ਹਾਂ ਪ੍ਰਤੀਬਿੰਬ ਬਣ ਸਕੇ ਅਤੇ ਰੋਗ ਦਾ ਪਤਾ ਲੱਗ ਸਕੇ। ਮਨੁੱਖੀ ਸਰੀਰ ਦੇ ਅੰਦਰ ਅੰਗਾਂ ਦਾ ਪ੍ਰਤੀਬਿੰਬ ਬਣਾਉਣ ਲਈ, ਜਿਸ ਨੂੰ ਅਲਟਰਾਸੋਨੋਗ੍ਰਾਫੀ ਕਿਹਾ ਜਾਂਦਾ, ਠੀਕ ਹੈ, ਆਪਣੇ ਜੋ ਕੰਕਾਲ ਤੰਤਰ ਹੁੰਦਾ ਹੈ, ਠੀਕ ਹੈ, ਉਸਦਾ ਜੋ ਚਿੱਤਰ ਬਣਾਉਣ ਲਈ, ਠੀਕ ਹੈ, ਅਲਟਰਾਸੋਨਿਕ ਸਾਊਂਡ ਜਾਂ ਵੇਵ ਲੈਂਥ ਦਾ ਪ੍ਰਯੋਗ ਕੀਤਾ ਜਾਂਦਾ, ਜਿਸ ਨੂੰ ਅਲਟਰਾਸੋਨੋਗ੍ਰਾਫੀ ਕਿਹਾ ਜਾਂਦਾ ਹੈ। ਅਲਟਰਾਸੋਨੋਗ੍ਰਾਫੀ ਦਾ ਪ੍ਰਯੋਗ ਗਰਭ ਅਵਸਥਾ ਵਿੱਚ ਭਰੂਣ ਦੀ ਜਾਂਚ ਅਤੇ ਜਨਮਜਾਤ ਨੁਕਸ ਦਾ ਪਤਾ ਲਗਾਉਣ, ਠੀਕ ਹੈ। ਅਲਟਰਾਸੋਨੋਗ੍ਰਾਫੀ ਦਾ ਪ੍ਰਯੋਗ ਜਦੋਂ ਗਰਭ ਦੇ ਵਿੱਚ ਬੱਚੇ ਦਾ ਜਾਂ ਪਤਾ ਕਰਨਾ ਹੋਵੇ, ਮੁੰਡਾ ਹੈ ਜਾਂ ਕੁੜੀ ਹੈ, ਠੀਕ ਹੈ, ਉਸ ਦਾ ਪ੍ਰਯੋਗ ਕੀਤਾ ਜਾਂਦਾ ਹੈ। ਅਤੇ ਜੋ ਕਈ ਵਾਰ ਕੋਈ ਨਾ ਕੋਈ ਜਨਮਜਾਤ ਨੁਕਸ ਹੁੰਦੇ ਹਨ ਕਿਸੇ ਸਰੀਰ, ਕਿਸੇ ਬੋਡੀ ਦੇ ਵਿੱਚ, ਤਾਂ ਉਸ ਦਾ ਪਤਾ ਲਗਾਉਣ ਖਾਤਰ ਵੀ ਅਲਟਰਾਸੋਨਿਕ ਸਾਊਂਡ ਜਾਂ ਵੇਵਲੈਂਥ ਦਾ ਪ੍ਰਯੋਗ ਕੀਤਾ ਜਾਂਦਾ ਹੈ। ਗੁਰਦੇ ਦੀ ਛੋਟੀ ਪੱਥਰੀ ਨੂੰ ਬਰੀਕ ਕਣਾਂ ਵਿੱਚ ਤੋੜਨ ਲਈ ਵੀ ਵੇਵਲੈਂਥ ਦਾ ਪ੍ਰਯੋਗ ਕੀਤਾ ਜਾਂਦਾ, ਅਲਟਰਾਸੋਨਿਕ ਵੇਵਲੈਂਥ ਦਾ ਪ੍ਰਯੋਗ ਕੀਤਾ ਜਾਂਦਾ ਹੈ। ਸੋਨਾਰ ਕੀ ਹੁੰਦਾ ਹੈ, ਠੀਕ ਹੈ। ਸੋਨਾਰ ਕੀ ਹੁੰਦਾ ਹੈ, ਜਿਸ ਤਰ੍ਹਾਂ ਸਮੁੰਦਰ ਦੇ ਵਿੱਚ ਬੜੇ ਬੜੇ ਜਹਾਜ਼ ਚੱਲਦੇ ਨੇ, ਤਾਂ ਉਹਨਾਂ ਨੂੰ ਕਿਸੇ ਨਾ ਕਿਸੇ ਜੋ ਸਮੁੰਦਰ ਦੇ ਵਿੱਚ ਕੋਈ ਡੂੰਘੀ ਚੀਜ਼ ਹੁੰਦੀ ਉਸ ਦਾ ਪਤਾ ਲਗਾਉਣ ਖਾਤਰ ਸੋਨਾਰ ਧੁਨੀ ਜਾਂ ਸੋਨਾਰ ਵੇਵਲੈਂਥ ਦਾ ਪ੍ਰਯੋਗ ਕਰਨਾ ਪੈਂਦਾ ਹੈ, ਠੀਕ ਹੈ। ਜਿਸ ਤਰ੍ਹਾਂ ਇਹ ਜਹਾਜ਼ ਹੈ ਤਾਂ ਇਹ ਨੀਚੇ ਪਣਡੁੱਬੀ ਹੈ, ਠੀਕ ਹੈ, ਇਸ ਦਾ ਜੋ ਪਤਾ ਲਗਾਉਣ ਖਾਤਰ ਉਹਨਾਂ ਨੇ ਸੋਨਾਰ ਧੁਨੀ, ਜੋ ਇਹ ਛੋਟੇ ਲਾਈਨਾਂ ਨੇ ਕਿ ਇਹ ਸੋਨਾਰ ਧੁਨੀ ਹੈ, ਠੀਕ ਹੈ, ਇਸ ਦਾ ਪਤਾ ਲਗਾਉਣ ਲਈ ਸੋਨਾਰ ਧੁਨੀ ਦਾ ਪ੍ਰਯੋਗ ਕੀਤਾ ਜਾਂਦਾ ਹੈ। ਜਿਸ ਤਰ੍ਹਾਂ ਸੋਨਾਰ ਸ਼ਬਦ ਦਾ ਪਹਿਲਾਂ ਤਾਂ ਅਰਥ ਕੀ ਹੋਣਾ, ਸਾਊਂਡ ਨੈਵੀਗੇਸ਼ਨ ਐਂਡ ਰੇਂਜਿੰਗ, ਕਈ ਵਾਰ ਸੋਨਾਰ ਦੀ ਫੁੱਲ ਫੋਰਮ ਪੁੱਛੀ ਜਾਂਦੀ ਹੈ, ਤਾਂ ਇਹ ਕੀ ਸਾਊਂਡ ਨੈਵੀਗੇਸ਼ਨ ਐਂਡ ਰੇਂਜਿੰਗ। ਇਸ ਨਾਲ ਪਾਣੀ ਵਿੱਚ ਪਈਆਂ ਵਸਤੂਆਂ ਦੀ ਦੂਰੀ, ਦਿਸ਼ਾ, ਚਾਲ, ਸਮੁੰਦਰ ਵਿੱਚ ਸਥਿਤ ਚਟਾਨਾਂ, ਪਣਡੁੱਬੀਆਂ, ਬਰਫ਼ ਦੇ ਤੋਦੇ ਅਤੇ ਡੁੱਬੇ ਹੋਏ ਜਹਾਜ਼ ਮਾਪਣ ਲਈ ਉਪਯੋਗ ਕੀਤਾ ਜਾਂਦਾ, ਠੀਕ ਹੈ। ਇਸਦਾ ਜਿੰਨੇ ਵੀ ਸਮੁੰਦਰ ਦੇ ਵਿੱਚ ਕਈ ਵਾਰ ਜਹਾਜ਼ ਡੁੱਬ ਜਾਂਦੇ ਹਨ, ਕੋਈ ਬਰਫ਼ ਦੇ ਬੜੇ ਪਹਾੜ ਹੁੰਦੇ ਹਨ, ਚਟਾਨਾਂ ਹੁੰਦੀਆਂ, ਉਹਨਾਂ ਦਾ ਪਤਾ ਲਗਾਉਣ ਖਾਤਰ ਸੋਨਾਰ ਧੁਨੀ ਦਾ ਪ੍ਰਯੋਗ ਕੀਤਾ ਜਾਂਦਾ ਹੈ। ਇਸ ਨਾਲ ਪਾਣੀ ਵਿੱਚ ਧੁਨੀ ਦੀ ਚਾਲ ਅਤੇ ਧੁਨੀ ਸਰੋਤ ਤੋਂ ਜਾਣ ਅਤੇ ਆਉਣ ਦਾ ਸਮਾਂ ਅੰਤਰਾਲ ਪਤਾ ਕਰਕੇ ਵਸਤੂ ਦੀ ਦੂਰੀ
ਪਤਾ ਕੀਤੀ ਜਾਂਦੀ ਹੈ। ਮਤਲਬ ਕੀ ਹੈ ਕਿ ਜਿਸ ਤਰ੍ਹਾਂ ਇਸ ਜਹਾਜ਼ ਤੋਂ ਸੁਨਾਰ ਛੱਡੇਗੀ ਤਾਂ ਇਹ ਅਤੇ ਇਸ ਪਣਡੁੱਬੀ ਤੋਂ ਵਾਪਸ ਜਿਹੜੀ ਆ ਰਹੀ ਇਹ ਸਮਾਂ ਮਾਪ ਕੇ ਹੀ ਉਸਦੀ ਜੋ ਜਹਾਜ਼ ਅਤੇ ਪਣਡੁੱਬੀ ਵਿਚਕਾਰ ਜਿਹੜੀ ਦੂਰੀ ਮਾਪੀ ਜਾਂਦੀ ਹੈ, ਜਾਂ ਕਿਸੇ ਵੀ ਚੀਜ਼ ਦੀ ਦੂਰੀ ਮਾਪੀ ਜਿਸ ਨੂੰ ਕੀ ਕਹਿੰਦੇ ਹਨ ਇੱਕੋ ਰੇਂਜਿੰਗ ਵਿਧੀ ਕਿਹਾ ਜਾਂਦਾ। ਠੀਕ ਹੈ, ਇੱਕੋ ਰੇਂਜਿੰਗ ਵਿਧੀ ਕਿਹਾ ਜਾਂਦਾ ਹੈ। ਤਾਂ ਧੰਨਵਾਦ। ਇਹ ਸੀ ਆਪਣਾ ਸਾਊਂਡ ਜੋ ਧੁਨੀ ਲੈਸਨ ਸੀ। ਜਿੰਨਾ ਵੀ ਟੋਪਿਕ ਜੋ ਮੇਨ ਗੱਲਾਂ ਸੀ ਉਹ ਇਸ ਦੇ ਵਿੱਚ ਕੰਪਲੀਟ ਹੋ ਚੁੱਕੀਆਂ ਨੇ। ਧੰਨਵਾਦ ਜੀ।